भगवंत मान सरकार के दौरान लॉ अफसर रखे गए जिन्हां की गिणती तकरीबन 149 सी ते हुण हाई कोर्ट तक मसला पुज्या कि आखिरकार लॉ अफसर रखे जाण तो बाद पंजाबी दा मसला किवें हो गया। किन्ने पंजाब तो रखे गए लॉ अफसर ते किन्ने बाहरले सूबियां तो लिया के इत्थे स्थापित कर दिते गए। अन्ना मंडे रेवड़ियां मुड़ मुड़ अपने पता लग्या कि बड़े लॉ अफसर ऐसे ने जिन्हां नूं पंजाबी नहीं आउंदी। उन्होंने ये नहीं पता लग्या कि ऑफिशियल लैंग्वेजिज एक्ट 1967 की की अहमियत है। ये एक कंटैंप्ट ऑफ कोर्ट भी है जिहड़ी स्टेट ऑफ पंजाब ने कमिट की है। ये सिर्फ इत्थे ही एक धांधली का कारोबार नहीं होया, कई होर पंजाब के डिपार्टमेंटां विच भी होया। लॉ अफसरां दी तुहानूं किन्नी कुछ गिणती लगदी है कि जिहड़े बाहरले सूबिਆਂ ਤੋਂ ਇੱਥੇ ਫਿੱਟ ਕੀਤੇ ਗਏ ਆ? जे ये सरकार दसे तो ज़्यादा बेहतर होएगा। लगदा नलायकी इन्हां मसलिਆਂ ਦੇ ਵਿੱਚ ਕਿਹਦੀ ਹੈ, ਬਿਊਰੋਕ੍ਰੇਸੀ ਦੀ ਹੈ ਜਾਂ ਸਰਕਾਰ ਦੀ ਹੈ ਸਿੱਧੇ ਤੌਰ ਤੇ? नलैकी है जिन्हां दे उत्ते FIR दर्ज होनी बनती है। 1989 ਤੋਂ ਲੈ ਕੇ ਹੁਣ ਤੱਕ ਸਿਰਫ 11 ਔਮਨ ਜੱਜਿਸ ਸੁਪਰੀਮ ਕੋਰਟ ਦੇ ਵਿੱਚ ਨੇ ਤੇ ਏਜੀ ਆਫਿਸ ਕੀ ਅੱਜ ਤੱਕ ਕੋਈ ਇੱਕ ਲੇਡੀ ਐਡਵੋਕੇਟ ਜਨਰਲ ਬਣੀ ਹੈ? ਐਡਵਰਟਾਈਜ਼ਮੈਂਟ ਦੇ ਥਰੂ ਨੋਟੀਫਿਕੇਸ਼ਨ ਦੇ ਥਰੂ ਆਉਣ ਦੇ ਬਾਵਜੂਦ ਇੱਕ ਪੋਲੀਟੀਕਲ ਪੋਸਟ ਬਣ ਕੇ ਰਹਿ ਗਿਆ। ਪੋਲੀਟੀਕਲ ਪੋਸਟ ਹਾਸਲ ਕਰਨ ਲਈ ਕੀ ਕੋਈ ਇੱਕ ਲੇਡੀ ਅਵੇਲੇਬਲ ਨਹੀਂ ਹੈ ਮੇਰੀ ਹਾਈ ਕੋਰਟ ਦੇ ਵਿੱਚ ਜਿਹੜੀ ਐਡਵੋਕੇਟ ਜਨਰਲ ਬਣ ਸਕੇ? ਜੀ ਆਪਣੀ ਪਾਰਟੀ ਦੀ ਲੇਡੀਜ਼ ਨੂੰ ਅੱਗੇ ਕਰਨਾ ਚਾਹੁੰਦੇ ਤਾਂ ਅੱਜ ਇੱਕ ਐਡਵੋਕੇਟ ਜਨਰਲ ਬਣੀ ਹੁੰਦੀ ਕੁੜੀ ਇੱਥੇ ਬੈਠੀ ਹੁੰਦੀ। ਪ੍ਰੋਬਲਮ ਤੁਸੀਂ ਦੱਸੀ ਹੈ ਪਟੀਸ਼ਨ ਪਾਉਣ ਦਾ ਕਾਰਨ ਇੱਕ ਇਹ ਵੀ ਸੀ। ਪੰਜਾਬੀ ਮੈਂਡੇਟਰੀ ਹੋਣਾ, ਮੈਟ੍ਰਿਕੂਲੇਸ਼ਨ ਸਰਟੀਫਿਕੇਟ ਦੇ ਵਿੱਚ ਪੰਜਾਬੀ ਹੋਣਾ, ਇਹ ਸਭ ਤੋਂ ਵੱਡਾ ਫਸਟ ਅਸੈਂਸ਼ੀਅਲ ਕੁਆਲੀਫਿਕੇਸ਼ਨ ਹੈ। ਫਿਰੋਜ਼ਪੁਰ ਤੋਂ ਲੈ ਕੇ ਬਟਾਲੇ ਤੋਂ ਲੈ ਕੇ ਤੁਸੀਂ ਉੱਥੋਂ ਬੰਦੇ ਇੱਥੇ ਅਪਾਇੰਟ ਕੀਤੇ ਆ। ਵਾਟ ਇਜ਼ ਦੀ ਕ੍ਰਾਈਟੇਰੀਆ? ਕੈਨ ਸੀਐਮ ਮਾਨ ਔਰ ਦੀ ਸੁਪਰ ਸੀਐਮ ਰਾਘਵ ਚੱਡਾ ਗਿਵ ਮੀ ਐਕਸਪਲੇਨੇਸ਼ਨ ਅਬਾਊਟ ਦਿਸ? कोई किसी तरह की सरकार नूं फजीयत ना चलनी पे, कोई अकल आ जाएगी या नहीं आएगी। कई लॉ अफसर ਜਿਹੜੇ ਭਰਤੀ ਤੱਕ ਕਰ ਲਏ ਗਏ ਆ ਕਿ ਉਹਨਾਂ ਨੂੰ ਬਾਹਰ ਵੀ ਜਾਣਾ ਪੈ ਸਕਦਾ? ਉਹਨਾਂ ਨੂੰ ਬਾਹਰ ਬਿਲਕੁਲ ਜਾਣਾ ਪਏਗਾ। ਇੰਨੇ ਵੱਡੇ ਪੱਧਰ ਤੇ ਵੀ ਸਿਫਾਰਿਸ਼ਾਂ ਲੱਗੀਆਂ ਮੰਤਰੀਆਂ ਦੀਆਂ, ਵਿਧਾਇਕਾਂ ਦੀਆਂ, ਮੁੱਖ ਮੰਤਰੀ ਦੀਆਂ। ਇਸ ਚੀਜ਼ ਨੂੰ ਨਕਾਰਿਆ ਨਹੀਂ ਜਾ ਸਕਦਾ। ਭਗਵੰਤ ਮਾਨ ਸਰਕਾਰ ਦੇ ਦੌਰਾਨ ਲਾਅ ਅਫਸਰ ਰੱਖੇ ਗਏ ਜਿਨ੍ਹਾਂ ਦੀ ਗਿਣਤੀ ਤਕਰੀਬਨ 149 ਸੀ, ਪਰ ਉਸ ਦੇ ਵਿੱਚ ਅੜਿੱਕਾ ਕੀ ਪੈ ਗਿਆ ਤੇ ਹੁਣ ਹਾਈ ਕੋਰਟ ਤੱਕ ਮਸਲਾ ਪੁੱਜਿਆ ਔਰ ਪਟੀਸ਼ਨਾਂ ਤੱਕ ਪੈ ਗਈਆਂ ਨੇ। ਪਟੀਸ਼ਨਰ ਸਾਡੇ ਨਾਲ ਹੋਣਗੇ ਔਰ ਸੀਨੀਅਰ ਵਕੀਲ ਨੇ ਜਿਹੜੇ, ਉਸ ਟੀਮ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਆਖਿਰਕਾਰ ਲਾਅ ਅਫਸਰ ਰੱਖੇ ਜਾਣ ਤੋਂ ਬਾਅਦ ਪੰਜਾਬੀ ਦਾ ਮਸਲਾ ਕਿਵੇਂ ਹੋ ਗਿਆ, ਕੀ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਔਰ ਉਹਨਾਂ ਦੀ ਗਿਣਤੀ ਕਿੰਨੀ ਹੈ, ਕਿੰਨੇ ਪੰਜਾਬ ਤੋਂ ਰੱਖੇ ਗਏ ਲਾਅ ਅਫਸਰ ਤੇ ਕਿੰਨੇ ਬਾਹਰਲੇ ਸੂਬਿਆਂ ਤੋਂ ਲਿਆ ਕੇ ਇੱਥੇ ਸਥਾਪਿਤ ਕਰ ਦਿੱਤੇ ਗਏ। ਇਸ ਮਸਲੇ ਤੇ ਗੱਲ ਕਰਾਂਗੇ। ਮੇਰੇ ਨਾਲ ਐਡਵੋਕੇਟ ਨੇ ਕੁਲਦੀਪ ਸਿੰਘ ਔਰ ਨਾਲ ਐਡਵੋਕੇਟ ਸੀਨੀਅਰ ਜਗਮੋਹਨ ਸਿੰਘ ਭੱਟੀ ਤੇ ਡਾਕਟਰ ਅਨੂ ਐਡਵੋਕੇਟ ਨੇ। ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ, ਤੁਸੀਂ ਪਟੀਸ਼ਨ ਪਾਈ ਇਸ ਮਸਲੇ ਦੇ ਉੱਤੇ, ਬੇਸਿਕ ਪ੍ਰੋਬਲਮ ਕਿੱਥੇ ਆ ਗਈ ਕਿ ਤੁਹਾਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ? ਦਰਵਾਜ਼ਾ ਇਸ ਲਈ ਖੜਕਾਉਣਾ ਪੈ ਗਿਆ ਕਿ ਜਦੋਂ ਸਾਡੇ ਸੀਐਮ ਸਾਹਿਬ ਵਿਧਾਨ ਸਭਾ ਵਿੱਚ ਬੜੇ ਜ਼ੋਰ ਸ਼ੋਰ ਨਾਲ ਕਹਿੰਦੇ ਹੈਗੇ ਆ ਕਿ ਪੰਜਾਬੀ ਜ਼ਰੂਰੀ ਹੈ, ਪੰਜਾਬੀ ਬੋਲਣੀ ਹੈ, ਪੰਜਾਬੀ ਨੂੰ ਇੰਨੀ ਅਹਿਮੀਅਤ ਦਿੰਦੇ ਆ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਆ। ਔਰ ਜਦੋਂ ਹਾਈ ਕੋਰਟ ਦੇ ਮਸਲੇ ਜਾਂਦੇ ਆ, ਜਦੋਂ ਜਿਨ੍ਹਾਂ ਬੰਦਿਆਂ ਨੂੰ ਪੰਜਾਬੀ ਆਉਂਦੀ ਨਹੀਂ, ਜੇ ਜਾਣਦੇ ਹੀ ਨਹੀਂ, ਉਹਨਾਂ ਨੂੰ ਵੀ ਲਾਅ ਅਫਸਰ ਲਗਾ ਦਿੱਤਾ ਗਿਆ। ਇਹ ਵੈਰੀਫਾਈ ਸਰਕਾਰ ਨੇ ਕਰਨਾ, ਆਪਾਂ ਥੋੜੀ ਕਰਨਾ। ਆਪਾਂ ਤੇ ਕੋਰਟ ਨੂੰ ਜਿਹੜੀ ਸਮੱਸਿਆ ਸੀ ਦੱਸਦੀ। ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਬੜੇ ਲਾਅ ਅਫਸਰ ਐਸੇ ਨੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ? ਨਹੀਂ ਜੀ, ਇਹ ਤੇ ਸਰਕਾਰ ਕਰੇ ਨਾ, ਜਦੋਂ ਵੈਰੀਫਾਈ ਕਰੇ। ਆਪਾਂ ਪਟੀਸ਼ਨ ਪਾਤੀ, ਦੱਸਦੇ ਸਰਕਾਰ ਨੂੰ ਆਪਣੀ ਪਟੀਸ਼ਨ ਦੇ ਵਿੱਚ ਜੀ। ਇਹ ਸਰਕਾਰ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ। ਇਸੇ ਮਸਲੇ ਤੇ ਹਾਈ ਕੋਰਟ ਨੇ ਨੋਟਿਸ ਕਰਤਾ ਕਿ ਤੁਸੀਂ ਦੱਸੋ ਆਪਣਾ ਤੁਹਾਡਾ ਕੀ ਸਟੈਂਡ ਹੈ, ਸਰਕਾਰ ਨੂੰ ਕਹਿਤਾ। ਭੱਟੀ ਸਾਹਿਬ, ਬੜੇ ਮਸਲਿਆਂ ਦੇ ਉੱਤੇ ਤੁਸੀਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਿੱਚ ਜਿਹੜੇ ਹੁੰਦੇ ਆ ਉਹਨਾਂ ਦੀ ਆਵਾਜ਼ ਚੁੱਕਦੇ ਹੋ, ਬਤੌਰ ਵਕਾਲਤ ਕਰਦੇ ਆ, ਵਕੀਲ ਹੁੰਦੇ ਆ। ਇਸ ਮਸਲੇ ਦੇ ਉੱਤੇ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਲਾਅ ਅਫਸਰ ਜਦੋਂ ਰੱਖੇ ਜਾਂਦੇ ਆ, ਜੇ ਪੁਰਾਣੀ ਸਰਕਾਰ ਵੀ ਰੱਖਦੀ ਰਹੀ ਹੈ, ਕਿਹੜਾ ਐਕਟ ਸੀ ਜਿਹਦੇ ਤਹਿਤ ਰੱਖੇ ਗਏ, ਉਸ ਦੇ ਵਿੱਚ ਖਾਮੀਆਂ ਕੀ ਰਹਿ ਗਈਆਂ? ਇਹ ਐਡਵੋਕੇਟਸ ਅੰਗੇਜਮੈਂਟ ਐਕਟ 2017 ਜਿਹੜਾ ਪਹਿਲੀ ਸਰਕਾਰ ਨੇ ਬਣਾਇਆ ਸੀ, ਆਪਣੇ ਕਾਬਲ ਆਫਿਸਰਸ, ਬਿਊਰੋਕ੍ਰੇਸੀ, ਐਡਵੋਕੇਟ ਜਨਰਲ ਦੀ ਨਿਗਰਾਨੀ ਤੇ ਨਜ਼ਰਸਾਨੀ ਦੇ ਥੱਲੇ, ਤੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਵੀ ਬਣਾ ਕੇ ਗਏ ਆ। ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਆਫੀਸ਼ੀਅਲ ਲੈਂਗੁਏਜਿਸ ਐਕਟ 1967 ਦੀ ਕੀ ਅਹਿਮੀਅਤ ਹੈ। ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਜਿਹੜੀ ਪੰਜਾਬ ਦਾ ਕੰਮ, ਪੰਜਾਬ ਦੀਆਂ ਫਾਈਲਾਂ ਦਾ ਕੰਮ ਪੰਜਾਬੀ ਵਿੱਚ ਹੁੰਦਾ ਹੈ, ਉਹਨੂੰ ਜਿਹੜਾ ਹਿੰਦੀ ਬੋਲਦਾ ਹੈ ਜਾਂ ਸਮਝਦਾ ਹੈ ਜਾਂ ਜਿਹੜਾ ਪੰਜਾਬੀ ਤੋਂ ਵੀ ਹੋਣਾ ਹੈ, ਜੇ ਉਹ ਇਸ ਗੱਲ ਨੂੰ ਨਹੀਂ ਸਮਝ ਸਕਦਾ ਬਈ ਆਫਿਸਰ ਨੇ ਕੀ ਗੱਲ ਕਹੀ, ਪੰਜਾਬ ਦੇ ਲੋਕਾਂ ਦੀ ਕੀ ਗੱਲ ਹੋਈ,
ਤੇ ਕੋਰਟ ਤੱਕ ਕਿਵੇਂ ਪਹੁੰਚੀ, ਤਾਂ ਇਸ ਨੂੰ ਤੁਸੀਂ ਕੀ ਕਹੋਗੇ? ਇਹ ਇੱਕ ਕੰਟੈਂਪਟ ਆਫ ਕੋਰਟ ਵੀ ਹੈ ਜਿਹੜੀ ਸਟੇਟ ਆਫ ਪੰਜਾਬ ਨੇ ਕਮਿਟ ਕੀਤੀ ਹੈ, ਕਿਉਂਕਿ ਇੰਟਰਫੇਰੈਂਸ ਇਨ ਦੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ, ਜਦੋਂ ਤੁਸੀਂ ਕੋਰਟ ਨੂੰ ਪੂਰਾ ਤਾਲਮੇਲ, ਸਹਿਯੋਗ ਜਾਂ ਰਾਬਤਾ ਨਹੀਂ ਦਿੰਦੇ ਤਾਂ ਇਟ ਵਿਲ ਅਮਾਉਂਟ ਟੂ ਐਡਮਿਨਿਸਟ੍ਰੇਸ਼ਨ ਇੰਟਰਫੇਰੈਂਸ ਇਨ ਦੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ, ਇਹ ਮੰਨਿਆ ਜਾਂਦਾ ਹੈ। ਜੇ ਪੰਜਾਬੀ ਦੀ ਹਰ ਜਿਹੜੀ ਵੀ ਹੈ ਕੋਈ ਵੀ ਪੋਸਟ ਪੰਜਾਬ ਦੀ, ਉਹਦੇ ਵਿੱਚ ਪੰਜਾਬੀ ਦੀ ਅਹਿਮੀਅਤ ਪੰਜਾਬ ਸਰਕਾਰ ਨੇ ਲਾਗੂ ਕੀਤੀ ਹੈ ਆਫੀਸ਼ੀਅਲ ਲੈਂਗੁਏਜ ਐਕਟ 1967 ਦੇ ਮੁਤਾਬਕ, ਤਾਂ ਉਸ ਦੇ ਮੁਤਾਬਕ ਪੰਜਾਬ ਦੀ ਆਫੀਸ਼ੀਅਲ ਲੈਂਗੁਏਜ ਜਿਹੜੀ ਹੈ ਪੰਜਾਬੀ ਹੈ, ਉਹਦਾ ਸਟੈਂਡਰਡ ਵੀ ਨਿਰਧਾਰਿਤ ਕੀਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ ਅਪ ਟੂ 10th ਸਟੈਂਡਰਡ ਤੱਕ ਪੇਪਰ ਪਾਸ ਹੋਣਾ ਚਾਹੀਦਾ। ਜੇ ਪੇਪਰ ਪਾਸ ਨਹੀਂ ਤਾਂ ਕੁਝ ਵੀ ਨਹੀਂ। ਜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਇਸ ਸ਼ਰਤ ਨੂੰ ਮੰਨਦਾ, ਹੋਰਨਾਂ ਚੀਜ਼ਾਂ ਨੂੰ ਮੰਨਿਆ ਜਾਂਦਾ, ਤਾਂ ਫਿਰ ਇੱਥੇ ਇਹ ਕਿਉਂ ਨਹੀਂ? ਤੁਹਾਨੂੰ ਇੱਕ ਗੱਲ ਚਲਦੇ ਹੋਰ ਦੱਸਦਾ, ਇਹ ਸਿਰਫ ਇੱਥੇ ਹੀ ਇਹ ਧਾਂਦਲੀ ਦਾ ਕਾਰੋਬਾਰ ਨਹੀਂ ਹੋਇਆ, ਕਈ ਹੋਰ ਪੰਜਾਬ ਦੇ ਡਿਪਾਰਟਮੈਂਟਾਂ ਵਿੱਚ ਵੀ ਹੋਇਆ। ਅਗਲੇ ਆਉਣ ਵਾਲੇ ਦਿਨਾਂ ਵਿੱਚ ਇਹ ਸਾਰੀ ਗੱਲ ਜਿਹੜੀ ਹੈ ਹਾਈ ਕੋਰਟ ਦੇ ਦਰਵਾਜ਼ਿਆਂ ਤੇ ਦਸਤਕ ਦੇਗੀ। ਜਿਵੇਂ ਇੱਕ ਇਹ ਗੱਲ ਦਸਤਕ ਦਿੱਤੀ ਜਿਹੜੀ, ਇਸ ਦੇ ਵਿੱਚ ਲਾਅ ਅਫਸਰਾਂ ਦੀ ਤੁਹਾਨੂੰ ਕਿੰਨੀ ਕੁ ਗਿਣਤੀ ਲੱਗਦੀ ਹੈ ਕਿ ਜਿਹੜੇ ਬਾਹਰਲੇ ਸੂਬਿਆਂ ਤੋਂ ਇੱਥੇ ਫਿੱਟ ਕੀਤੇ ਗਏ ਆ, ਜਿਹੜੇ ਬਣਦੇ ਨਹੀਂ ਸੀ ਅਖਲਾਕੀ ਤੌਰ ਤੇ, ਕਾਨੂੰਨੀ ਤੌਰ ਤੇ? ਜੇ ਇਹ ਸਰਕਾਰ ਦੱਸੇ ਤੇ ਜ਼ਿਆਦਾ ਬਿਹਤਰ ਹੋਏਗਾ। ਉਹਨਾਂ ਕੋਲ ਸਹੀ ਅੰਕੜੇ ਆ, ਸਾਡੇ ਕੋਲ ਅੰਕੜੇ ਸਹੀ ਨਹੀਂ ਵੀ ਹੋ ਸਕਦੇ। ਇਸ ਵਜ੍ਹਾ ਕਰਕੇ ਅਸੀਂ ਇਹ ਗੱਲ ਸਰਕਾਰ ਦੀ ਜਿਹੜੀ ਹੈ ਕੋਰਟ ਦੇ ਪਲੇਟਫਾਰਮ ਦੇ ਉੱਤੇ ਟੈਸਟ ਕਰਨ ਵਾਸਤੇ ਅਸੀਂ ਇਹ ਗੱਲ ਕਹੀ ਹੈ ਕਿ ਜੇ ਇਹ ਸ਼ਰਤ ਹੈ ਤੇ ਇਹ ਕਿੰਨੇ ਪੂਰੀ ਕਰਦੇ ਨੇ। ਜੇ ਪੂਰੀ ਕਰਦੇ ਆ ਤੇ ਅਸੀਂ ਪਟੀਸ਼ਨ ਨੂੰ ਪ੍ਰੈਸ ਨਹੀਂ ਕਰਦੇ, ਤੇ ਜੇ ਨਹੀਂ ਕਰਦੇ ਤੇ ਫਿਰ ਇਹਨਾਂ ਨੂੰ ਘਰ ਤੋੜ ਦਿਓ। ਤੁਹਾਨੂੰ ਕੀ ਲੱਗਦਾ ਨਲਾਇਕੀ ਇਹਨਾਂ ਮਸਲਿਆਂ ਦੇ ਵਿੱਚ ਕਿਹਦੀ ਹੈ? ਬਿਊਰੋਕ੍ਰੇਸੀ ਦੀ ਹੈ ਜਾਂ ਸਰਕਾਰ ਦੀ ਹੈ ਸਿੱਧੇ ਤੌਰ ਤੇ? ਉਹਨਾਂ ਲੋਕਾਂ ਦੀ ਜਿਹੜੀ ਹੈ ਨਲਾਇਕੀ ਹੈ ਜਿਨ੍ਹਾਂ ਦੇ ਉੱਤੇ FIR ਦਰਜ ਹੋਣੀ ਬਣਦੀ ਹੈ ਔਰ ਜ਼ਰੂਰੀ ਹੈ, ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਮੁੱਲ ਨੇ, ਵਡਮੁੱਲੀਆਂ ਗੱਲਾਂ ਨੇ, ਉਹਨਾਂ ਦਾ ਖਾਨ ਕਰਨ ਦਾ ਯਤਨ ਕੀਤਾ, ਤੇ ਅਸੀਂ ਆਪਣਾ ਇਹ ਬਾਣ ਉਹਨਾਂ ਦੇ ਕਾਨ ਦੇ ਵਿੱਚ ਚਲਾ ਦਿੱਤਾ। ਮੈਡਮ, ਤੁਹਾਡਾ ਤਜਰਬਾ ਕੀ ਕਹਿੰਦਾ ਕਿ ਤੁਸੀਂ ਵਕਾਲਤ ਕਰਦੇ ਨੂੰ ਵੀ ਲੰਮਾ ਸਮਾਂ ਹੋ ਗਿਆ, ਹੁਣ ਇਸ ਵੇਲੇ ਜਿਹੜੀ ਸਰਕਾਰ ਨੇ ਲਾਅ ਅਫਸਰਾਂ ਦੀ ਭਰਤੀ ਕੀਤੀ ਉਸ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ? ਸਰ, ਮੈਂ ਡਾਕਟਰ ਕਨੂ ਸ਼ਰਮਾ ਜੁਆਇੰਟ ਸੈਕਟਰੀ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ। 13 ਸਾਲ ਦਾ ਸਰ ਮੇਰਾ ਤਜਰਬਾ ਰਿਹਾ ਵਕਾਲਤ ਦੇ ਵਿੱਚ, ਤੇ ਮੇਰਾ ਜਿਹੜਾ ਇਹ ਇਸ਼ੂ ਚੱਕਣ ਦਾ ਇੱਥੇ ਐਜ਼ ਅ ਪਟੀਸ਼ਨਰ ਇਹੀ ਸੀਗਾ ਕਿ ਵਿਮਨ ਲਈ ਕਿੰਨਾ ਕੁ ਸਰਕਾਰ ਨੇ ਸੋਚਿਆ, ਤੇ ਉਹਨਾਂ ਦੀ ਹਿਪੋਕ੍ਰੇਸੀ ਦੇਖੋ। ਪਹਿਲੇ ਪੇਜ ਤੇ ਜਾਣ ਬੁੱਝ ਕੇ ਜਿਹੜਾ ਹੈ ਸਿਰਫ 5 ਵਿਮਨ ਦਾ ਨਾਮ ਲਿਖ ਕੇ ਇਹਨਾਂ ਨੇ ਇਹ ਸ਼ੋਅ ਕੀਤਾ ਕਿ ਦੇਖੋ ਅਸੀਂ ਵਿਮਨ ਨੂੰ ਅੱਗੇ ਲਿਆ ਕੇ ਵਿਮਨ ਨੂੰ ਐਜ਼ ਅਸਿਸਟੈਂਟ ਐਡਵੋਕੇਟ ਜਨਰਲ ਜਿਹੜਾ ਹੈ ਅਪਾਇੰਟ ਕੀਤਾ ਹੈ। ਆਊਟ ਆਫ 65 ਅਸਿਸਟੈਂਟ ਐਡਵੋਕੇਟ ਜਨਰਲ ਦਾ ਐਗਜ਼ਾਮਪਲ ਦੇ ਰਹੀ ਹਾਂ ਕਿ ਆਊਟ ਆਫ 65 ਸਿਰਫ 7 ਵਿਮਨ have been appointed as assistant advocate general, ਤੇ ਇਹੀ ਸ਼ੋ ਹੁੰਦਾ ਕਿ 33% ਜਿਹੜੀ ਰਿਜ਼ਰਵੇਸ਼ਨ ਦੀਆਂ ਗੱਲਾਂ ਅਸੀਂ ਕਿੱਥੇ ਪਾਰਲੀਮੈਂਟ ਤੱਕ ਕਰਦੇ ਹਾਂ, ਕਿੱਥੇ ਸੰਵਿਧਾਨ ਦੀਆਂ ਗੱਲਾਂ ਕਰਦੇ ਹਾਂ। ਆਰਟੀਕਲ 15 ਜਿਹੜਾ ਪ੍ਰੋਟੈਕਟ ਕਰਦਾ ਹੈ ਵਿਮਨ ਦੇ ਰਾਈਟਸ ਨੂੰ, ਤੇ ਉਹ ਇੱਥੇ ਜਿਹੜਾ ਹੈ 7 ਲੇਡੀਜ਼ ਨੂੰ ਸਿਰਫ ਜਿਹੜਾ ਹੈ ਅਸਿਸਟੈਂਟ ਐਡਵੋਕੇਟ ਜਨਰਲ ਅਪਾਇੰਟ ਕੀਤਾ ਗਿਆ ਹੈ। ਤੇ ਅੱਜ ਮੈਂ ਇਹ ਆਰਕਸ਼ਣ ਲਈ ਕਿਉਂ ਆਵਾਜ਼ ਉਠਾਈ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਇਕੁਅਲ ਓਪਰਚੁਨਿਟੀ ਦੀਆਂ ਅਸੀਂ ਗੱਲਾਂ ਕਰਦੇ ਹਾਂ ਉਹ ਸਿਰਫ ਰਿਜ਼ਰਵੇਸ਼ਨ ਕਰਕੇ ਨਹੀਂ ਹੈ, ਉਹ ਸਿਰਫ ਸਾਡੇ ਆਵਾਜ਼ ਉਠਾਉਣ ਨਾਲ ਵੀ ਅੱਗੇ ਵਧੇਗੀ। ਕਿਉਂਕਿ ਅੱਜ ਜਿਹੜੀ ਲੇਡੀਜ਼ ਵੰਚਿਤ ਰਹਿ ਗਈਆਂ ਇਹਨਾਂ ਸੀਟਾਂ ਤੋਂ, ਕੀ ਪਤਾ ਕੱਲ ਸਰਕਾਰ ਨੂੰ ਰਿਪਰੈਜ਼ੈਂਟ ਕਰਕੇ ਜਿਹੜਾ ਹੈ ਆਪਣਾ ਵਧੀਆ ਜਿਹੜਾ ਸਰਕਾਰ ਲਈ ਆਪਣਾ AG ਆਫਿਸ ਦੇ ਵਿੱਚ ਆਪਣਾ ਜਿਹੜਾ ਟੈਲੈਂਟ ਦਿਖਾ ਸਕਦੀ ਸੀ। ਤੁਹਾਨੂੰ ਲੱਗਦਾ ਕਿ ਪੁਰਾਣੀਆਂ ਸਰਕਾਰਾਂ ਦੇ ਵਾਂਗ ਇਸ ਵਾਰ ਵੀ ਭਗਵੰਤ ਮਾਨ ਦੀ ਸਰਕਾਰ ਵਿੱਚ ਵੀ ਵੱਖਰੇ ਵੱਖਰੇ ਮਹਿਕਮੇ ਜਾਂ ਇਹਨਾਂ ਲਾਅ ਅਫਸਰਾਂ ਦੇ ਵਿੱਚ ਵਿਤਕਰਾ ਹੋ ਰਿਹਾ ਬੀਬੀਆਂ ਨਾਲ? ਦੇਖੋ ਸਰ, ਡਿਸਕ੍ਰਿਮੀਨੇਸ਼ਨ ਦੀ ਗੱਲ ਜੇ ਕੀਤੀ ਜਾਵੇ, ਅਸੀਂ ਬਹੁਤ ਜ਼ਿਆਦਾ ਬੜੀ ਵਾਰ ਦੇਖਿਆ, ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਭੇਦਭਾਵ ਜਿਹੜਾ ਹੁੰਦਾ ਹੀ ਆ ਰਿਹਾ ਲੇਡੀਜ਼ ਨਾਲ। ਤੇ ਹੁਣ ਜਿਹੜਾ ਇਹ ਦੌਰ ਚੱਲ ਰਿਹਾ ਵਿਮਨ ਇੰਪਾਵਰਮੈਂਟ ਦਾ, ਜਿਹਦੇ 'ਚ ਅਸੀਂ ਚਾਹੁੰਦੇ ਹਾਂ ਕਿ ਰੀਅਲ ਵਿਮਨ ਇੰਪਾਵਰਮੈਂਟ ਹੋਵੇ, ਗਰਾਊਂਡ ਲੈਵਲ ਤੇ ਵਿਮਨ ਇੰਪਾਵਰਮੈਂਟ ਹੋਵੇ, ਲੈਟਰ ਜਾਂ ਸਪਿਰਿਟ ਦੇ ਵਿੱਚ ਜਾਂ ਸਿਰਫ ਲਿਖਣ ਕਰਕੇ ਨਾ ਹੋਵੇ। ਠੀਕ ਹੈ ਜੀ, ਉਹ ਲੈਟਰ ਐਂਡ ਸਪਿਰਿਟ 'ਚ ਦਿਖਣੀ ਵੀ ਚਾਹੀਦੀ ਹੈ ਕਿ ਉਹ ਚੀਜ਼ ਤੁਹਾਡੀ ਵਿਮਨ ਇੰਪਾਵਰਮੈਂਟ ਹੋਈ ਹੈ। ਉਸੇ ਤਰ੍ਹਾਂ ਅਸੀਂ ਚਾਹੁੰਦੇ ਸੀ ਸਾਡੀ ਲੇਡੀਜ਼ ਜੱਜਿਸ ਵੀ ਬਣਨ। ਠੀਕ ਹੈ ਜੀ, ਸੁਪਰੀਮ ਕੋਰਟ 'ਚ ਅੱਜ ਤੁਸੀਂ ਦੇਖਦੇ ਹੋ ਸਿਰਫ 7 ਵਿਮਨ ਜੱਜਿਸ ਹੈ ਐਟ ਪ੍ਰੈਜ਼ੈਂਟ। 1989 ਤੋਂ ਲੈ ਕੇ ਹੁਣ ਤੱਕ ਸਿਰਫ 11 ਵੂਮਨ ਜੱਜਿਸ ਸੁਪਰੀਮ ਕੋਰਟ ਦੇ ਵਿੱਚ ਨੇ। ਦੇਖੋ ਇਹ ਆંકੜਾ ਜਦੋਂ ਅਸੀਂ ਦੇਖਿਆ ਅਸੀਂ ਖੁਦ ਬੜੇ ਸਰਪ੍ਰਾਈਜ਼ਡ ਹੋਏ ਕਿ ਕਿਆ ਜਸਟਿਸ ਫਾਤਿਮਾ ਬੀਵੀ ਤੋਂ ਲੈ ਕੇ ਹੁਣ ਤੱਕ ਸਿਰਫ 11 ਸੁਪਰੀਮ ਕੋਰਟ ਦੇ ਵਿੱਚ ਜੱਜਿਸ ਅਪਾਇੰਟ ਹੋਈਆਂ। ਇਟ ਇਜ਼ ਸੋ ਸਰਪ੍ਰਾਈਜ਼ਿੰਗ। ਉਸੇ ਤਰ੍ਹਾਂ ਇੱਥੇ AG ਆਫਿਸ 'ਚ ਕੀ ਅੱਜ ਤੱਕ ਕੋਈ ਇੱਕ ਲੇਡੀ ਐਡਵੋਕੇਟ ਜਨਰਲ ਬਣੀ ਹੈ?
ਕੀ ਕਦੀ ਕਿਸੇ ਲੇਡੀ ਨੇ ਕਿਹਾ ਕਿ ਮੈਨੂੰ ਐਡਵੋਕੇਟ ਜਨਰਲ ਬਣਾਓ? ਇਹ ਇੱਕ ਗਜਟਡ ਪੋਸਟ ਹੋਣ ਦੇ ਬਾਵਜੂਦ, ਐਡਵਰਟਾਈਜ਼ਮੈਂਟ ਦੇ ਥਰੂ, ਨੋਟੀਫਿਕੇਸ਼ਨ ਦੇ ਥਰੂ ਆਉਣ ਦੇ ਬਾਵਜੂਦ ਇਹ ਇੱਕ ਪੋਲੀਟੀਕਲ ਪੋਸਟ ਬਣ ਕੇ ਰਹਿ ਗਿਆ ਕਿ ਪੋਲਿਟਿਕਸ ਦੇ ਵਿੱਚ, ਯਾਨੀ ਕਿ ਇੱਕ ਪੋਲੀਟੀਕਲ ਪੋਸਟ ਹਾਸਲ ਕਰਨ ਲਈ ਕੀ ਕੋਈ ਇੱਕ ਲੇਡੀ ਅਵੇਲੇਬਲ ਨਹੀਂ ਹੈ ਮੇਰੀ ਹਾਈ ਕੋਰਟ ਦੇ ਵਿੱਚ ਜਿਹੜੀ ਐਡਵੋਕੇਟ ਜਨਰਲ ਬਣ ਸਕੇ? ਇਹ ਇੱਕ ਬਹੁਤ ਵੱਡਾ ਸਵਾਲ ਹੈ ਸਰ, ਜਿਹੜਾ ਅੱਜ ਮੈਂ ਤੁਹਾਡੇ ਚੈਨਲ ਦੇ ਰਾਹੀਂ ਰੱਖਣਾ ਚਾਹੂੰਗੀ ਕਿ ਔਰਤ ਦਾ ਜਿਹੜਾ ਮੁੱਦਾ ਹੈ, ਜਿਹੜਾ ਵਿਮਨ ਰਿਜ਼ਰਵੇਸ਼ਨ ਦਾ, ਉਹ ਆਰਕਸ਼ਣ ਲੈਣਾ ਨਹੀਂ ਹੈ। ਉਹ ਅਸੀਂ ਆਪਣੇ ਟੈਲੈਂਟ ਦੇ ਬੇਸ ਤੇ, ਅਸੀਂ ਆਪਣੇ ਸਕਿੱਲ ਦੇ ਬੇਸ ਤੇ ਅਸੀਂ ਉਹ ਸੀਟ ਮੰਗ ਰਹੇ ਹਾਂ ਕਿ ਮੈਂ ਰਾਈਟ ਟੂ ਬੀ ਕੰਸੀਡਰਡ ਹੈ ਮੇਰੇ ਕੋਲ ਫॉर द पोस्ट ऑफ सो एंड सो, ਜੋ ਚਾਹੇ ਮੈਂ ਅਸਿਸਟੈਂਟ ਐਡਵੋਕੇਟ ਜਨਰਲ ਬਣਾ, ਚਾਹੇ ਮੈਂ ਡਿਪਟੀ ਬਣਾ, ਡਿਪੈਂਡਿੰਗ ਔਨ ਮਾਈ ITR, ਠੀਕ ਹੈ, ਜਿਹਦੇ 'ਚ ਮੈਂ ਐਲੀਜੀਬਲ ਹਾਂ। ਉੱਥੇ ਮੈਨੂੰ ਕੰਸੀਡਰ ਕਿਉਂ ਨਹੀਂ ਕੀਤਾ ਜਾ ਰਿਹਾ? ਮੇਰੀ 13 ਸਾਲ ਦੀ ਪ੍ਰੈਕਟਿਸ ਹੈ, ਮੇਰਾ ਇੰਨਾ ਜ਼ਿਆਦਾ ਐਕਸਪੋਜ਼ਰ ਹੈ ਪੋਲਿਟਿਕਸ 'ਚ ਵੀ, ਮੈਨੂੰ ਕਿਉਂ ਨਹੀਂ ਕੰਸੀਡਰ ਕੀਤਾ ਗਿਆ? ਤੁਹਾਨੂੰ ਕਾਰਨ ਕੀ ਲੱਗਦਾ ਹੈ ਕਿ ਇੱਕ ਵਕਾਲਤ ਕਰਦਿਆਂ ਵੀ, ਔਰ ਭਾਵੇਂ ਕਿਸੇ ਵੀ ਪੇਸ਼ੇ ਨਾਲ ਜੁੜੀ ਹੋਵੇ ਕੋਈ ਬੀਬੀ ਹੋਵੇ, ਕਿ ਉਹਨਾਂ ਨੂੰ ਫਿਰ ਅੱਗੇ ਜਾ ਕੇ ਮੌਕੇ ਕਿਉਂ ਨਹੀਂ ਮਿਲਦੇ? ਉਹਦਾ ਕਾਰਨ ਮੇਨ ਕੀ ਸਮਝਿਆ ਤੁਸੀਂ? ਦੇਖੋ, ਬਾਰ-ਬਾਰ ਇੱਕ ਗੱਲ ਰਿਪੀਟ ਕਰਨਾ ਕਿ ਦਿਸ ਇਜ਼ ਮੇਲ ਓਰੀਐਂਟਡ ਸੁਸਾਇਟੀ, ਦਿਸ ਇਜ਼ ਦਿਸ, ਇਹ ਕਹਿ ਕੇ ਮੈਂ ਆਪਣੀ ਇਨਸਲਟ ਨਹੀਂ ਕਰਨਾ ਚਾਹੁੰਦੀ, ਸਭ ਤੋਂ ਪਹਿਲੀ ਗੱਲ। ਦੂਸਰੀ ਗੱਲ, ਇਹਦਾ ਜਿਹੜਾ ਦੂਸਰਾ ਐਸਪੈਕਟ ਜਿਹੜਾ ਮੈਂ ਦੇਖਿਆ ਹੈ ਫੀਲਡ 'ਚ ਕੰਮ ਕਰਕੇ, ਗਰਾਊਂਡ ਰਿਐਲਿਟੀ ਦੇ ਵਿੱਚ ਦੇਖ ਕੇ, ਉਹ ਇਹ ਜਿੱਦਾਂ ਜਿੱਦਾਂ ਤੁਸੀਂ ਹਾਇਰਾਰਕੀ ਦੇ ਵਿੱਚ ਉੱਪਰ ਜਾਂਦੇ ਹੋ, ਉੱਥੇ ਸਾਰੇ ਮੇਲ ਮੈਂਬਰਸ ਹੁੰਦੇ ਆ। ਫॉर एग्जाम्पल मैं दस रही, आई एम नॉट नेमिंग एनीवन, बी इट SSP, DSP, ऊपर जाते DGP, वो सारे मेल मेंबर्स है, दे विल नेवर फेवर अ फीमेल। यही एक एडवोकेट जनरल आज एक फीमेल बैठी होवे इत्थे, तो देखो तुसी कितना बदलाव आएगा जी। सिर्फ IAS IPS वो सिर्फ एग्जाम क्लीयर करके बनी है, किसी भी पॉलिटिकल मेल परसन ने उन्होंने हेल्प नहीं की। जे सच्ची च वुमेन इंपावरमेंट है, जे सच्ची च अपनी पार्टी की लेडीज़ नूं अगे करना चाहते, तो अज एक एडवोकेट जनरल बनी हुंदी कुड़ी इत्थे बैठी हुंदी, लेकिन कोई लेडी आज तक नहीं बनी। कोई पोलिटिकली, सब अपनी मेहनत नाल पेपर पास करके उत्थे तक पहुंचे जी। अदरवाइज तुहानूं सोशल हायरार्की दे उत्थे जिहड़ी हायरार्की है, जिहड़ी रैंक्स है, ਉਹਦੇ ਵਿੱਚ ਕਦੀ ਵੀ ਇੱਕ ਲੇਡੀ ਨਹੀਂ ਮਿਲੇਗੀ। ਇਹ ਪ੍ਰੋਬਲਮ ਹੈ ਜੀ। ਜਿਹੜੀ ਇਹ ਪ੍ਰੋਬਲਮ ਤੁਸੀਂ ਦੱਸੀ ਹੈ, ਪਟੀਸ਼ਨ ਪਾਉਣ ਦਾ ਕਾਰਨ ਇੱਕ ਇਹ ਵੀ ਸੀ ਕਿ ਇਸ ਤੋਂ ਬਾਅਦ, ਪਟੀਸ਼ਨ ਪਾਉਣ ਤੋਂ ਬਾਅਦ ਅਗਲਾ ਰਾਤ ਤੁਸੀਂ ਕੀ ਅਖਤਿਆਰ ਕਰੋਗੇ? ਸਰਕਾਰ ਨੂੰ ਖਿੱਚੋਗੇ ਅਦਾਲਤ ਵਿੱਚ? ਸਰ, ਸਰਕਾਰ ਨੂੰ ਖਿੱਚਣ ਦਾ ਕਾਰਨ ਪਰਸਨਲ ਤੋਂ ਜ਼ਿਆਦਾ ਸਰ ਸੋਸ਼ਲ ਇੰਟਰਸਟ ਹੈ ਮੇਰਾ। ਦੇਖੋ, ਸਭ ਤੋਂ ਵੱਡੀ ਗੱਲ ਅਸੀਂ ਕਹਿ ਦਿੰਦੇ ਹਾਂ ਕਿ ਵੂਮਨ ਨੂੰ ਆਰਕਸ਼ਣ ਨਹੀਂ ਮਿਲ ਰਿਹਾ ਜਾਂ ਇਹ ਡਿਸਕ੍ਰਿਮੀਨੇਸ਼ਨ ਨਹੀਂ ਹੈ ਸਰ। ਜੇ ਓਫੀਸ਼ੀਅਲ ਲੈਂਗੁਏਜਸ ਦੇ ਬੇਸ ਤੇ ਵੀ ਅਸੀਂ ਇਹ ਕੇਸ ਕੀਤਾ ਹੈ, ਉਹ ਤੁਸੀਂ ਦੇਖੋ, ਪੰਜਾਬ ਐਂਡ ਹਰਿਆਣਾ ਵਾਜ਼ ਡਿਵਾਈਡਡ ਵੇ ਬੈਕ ਇਨ 1966 ਔਨ ਦੀ ਬੇਸਿਸ ਆਫ ਲੈਂਗੁਏਜ। ਸੋ ਪੰਜਾਬੀ ਮੈਂਡੇਟਰੀ ਹੋਣਾ, ਮੈਟ੍ਰਿਕੂਲੇਸ਼ਨ ਸਰਟੀਫਿਕੇਟ ਦੇ ਵਿੱਚ ਪੰਜਾਬੀ ਹੋਣਾ, ਇਹ ਸਭ ਤੋਂ ਵੱਡਾ ਫਸਟ ਅਸੈਂਸ਼ੀਅਲ ਕੁਆਲੀਫਿਕੇਸ਼ਨ ਹੈ, ਕੁਇੰਟ ਅਸੈਂਸ਼ੀਅਲ ਕੁਆਲੀਫਿਕੇਸ਼ਨ ਹੈ ਟੂ ਬਿਕਮ ਐਨੀ ਲਾਅ ਆਫਿਸਰ ਇਨ ਐਡਵੋਕੇਟ ਜਨਰਲ ਆਫਿਸ ਆਫ ਪੰਜਾਬ, ਸਟੇਟ ਆਫ ਪੰਜਾਬ। ਯੈਸ, ਸੋ ਇਹ ਨਹੀਂ ਹੈ ਕਿ ਇੱਥੇ ਅਫੀਸ਼ੀਅਲ ਲੈਂਗੁਏਜ ਇਜ਼ ਇੰਗਲਿਸ਼। ਇਫ ਈਵਨ ਇਫ ਅਫੀਸ਼ੀਅਲ ਲੈਂਗੁਏਜ ਇਜ਼ ਇੰਗਲਿਸ਼, FIR is in Punjabi, all the documents which you receive from the lower court, they are in Punjabi, it has to be translated। फिर तो ही मजाक वाली गल होगी कि हर एक लॉ ऑफिसर फ्रॉम द ऑफिस ऑफ एडवोकेट जनरल ऑफ पंजाब विल हैव टू bring one translator along with them or a junior just to translate the FIRs। then what are they doing? why are they have been appointed? ਠੀਕ ਹੈ, ਇੱਕ ਤੁਸੀਂ ਪੰਜਾਬ ਸਰਕਾਰ ਦਾ ਦੇਖੋ ਸਤੰਭ ਹੋ, ਤੁਸੀਂ ਪੰਜਾਬ ਸਰਕਾਰ ਨੂੰ ਰਿਪਰੈਜ਼ੈਂਟ ਕਰਨਾ ਹੈ। ਮੇਰੇ ਲਈ ਬਹੁਤ ਵੱਡੀ ਗੱਲ ਹੋਏਗੀ ਕਿ ਸਰਕਾਰ ਦਾ ਕੋਈ ਕੇਸ ਮੈਂ ਹਾਈ ਕੋਰਟ ਦੇ ਵਿੱਚ, ਆਪਣੀ ਮਾਨਯੋਗ ਹਾਈ ਕੋਰਟ ਦੇ ਵਿੱਚ ਮਾਨਯੋਗ ਜੱਜਸ ਦੇ ਸਾਹਮਣੇ ਮੈਂ ਰਿਪਰੈਜ਼ੈਂਟ ਕਰਾਂ, ਤੇ ਤੁਹਾਨੂੰ ਟਰਾਂਸਲੇਟਰ ਦੀ ਲੋੜ ਹੈ। ਠੀਕ ਹੈ ਜੀ। ਡੋਮਿਸਾਈਲ ਰੈਜ਼ੀਡੈਂਸ ਪ੍ਰੂਫ ਜਿਹੜਾ ਆਪਾਂ ਮੰਨਦੇ ਆ, ਉਹ ਡੋਮਿਸਾਈਲ ਦੇ ਬੇਸ ਤੇ ਹੁੰਦਾ। ਇੱਕ ਬੰਦਾ ਹਰਿਆਣੇ ਦਾ, ਉਹਦੇ ਕੋਲ ਹੈ ਹੀ ਨਹੀਂ 10th ਦਾ ਮੈਟ੍ਰਿਕੂਲੇਸ਼ਨ ਦਾ ਸਰਟੀਫਿਕੇਟ ਜਿਸ 'ਚ ਪੰਜਾਬੀ ਕੰਪਲਸਰੀ ਹੈ, ਹਾਊ ਕੈਨ ਦੈਟ ਪਰਸਨ ਬੀ ਕੰਸੀਡਰਡ? ਇੱਕ ਬੰਦੇ ਨੇ ਹੀ ਔਰ ਸ਼ੀ ਹੈਜ਼ ਨੈਵਰ ਐਂਟਰਡ ਦੀ ਹਾਈ ਕੋਰਟ, ਹਾਊ ਕੈਨ ਦੈਟ ਪਰਸਨ ਬੀ ਅਪਾਇੰਟਡ ਫਰਮ ਡਿਸਟ੍ਰਿਕਟ ਕੋਰਟ? ਫਿਰੋਜ਼ਪੁਰ ਤੋਂ ਲੈ ਕੇ ਬਟਾਲੇ ਤੋਂ ਲੈ ਕੇ ਤੁਸੀਂ ਉੱਥੋਂ ਬੰਦੇ ਇੱਥੇ ਅਪਾਇੰਟ ਕੀਤੇ ਆ। ਵਾਟ ਇਜ਼ ਦੀ ਕ੍ਰਾਈਟੇਰੀਆ? ਵਾਟ ਇਜ਼ ਦੀ ਕ੍ਰਾਈਟੇਰੀਆ ਆਫ ਅਪਾਇੰਟਮੈਂਟ? ਕੈਨ CM ਮਾਨ ਔਰ ਦੀ ਸੁਪਰ CM ਰਾਘਵ ਚੱਡਾ ਗਿਵ ਮੀ ਐਕਸਪਲੇਨੇਸ਼ਨ ਅਬਾਊਟ ਦਿਸ? How they have been appointed? I am asking this one question. What is the criteria of appointment? Why a person like me, skilled, having PhD degree, is not appointed? ਜੀ, ਤਾਂ ਭੱਟੀ ਸਾਹਿਬ, ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਜਿਹੜੀਆਂ ਇੱਕ ਇੱਕ ਕਰਕੇ ਗਣਾਈਆਂ ਜਾ ਰਹੀਆਂ, ਮੁੱਢ ਕੀ ਹੈ ਤੇ ਫਿਰ ਇਹਦੇ ਮਸਲਿਆਂ ਦਾ ਹੱਲ ਕੀ ਹੋਏਗਾ? ਜੇਕਰ ਸਰਕਾਰ, ਜਦੋਂ ਉੱਚ ਪੱਧਰੀ ਜਿਨ੍ਹਾਂ ਨੂੰ ਪੰਜਾਬ ਸੌਂਪ ਦਿੱਤਾ ਗਿਆ, ਤੇ ਉਹ ਕੀ ਕਰਨਗੇ ਇਸ ਮਸਲੇ 'ਚ? ਕਾਬਲ ਸਰਕਾਰ ਦੇ ਕਾਬਲ ਫੈਸਲੇ ਕਾਬਲ ਹਾਈ ਕੋਰਟ ਦੇ ਵਿੱਚ ਟੈਸਟ ਦੇ ਪਲੇਟਫਾਰਮ ਤੇ ਖੜੇ ਨੇ। ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਜਿਹਦੇ ਵੱਲ ਪੰਜਾਬ ਤੇ ਪੰਜਾਬ ਦੇ ਲੋਕ ਦੇਖਦੇ ਹਨ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਹਾਈ ਕੋਰਟ ਦੇ ਦਰਵਾਜ਼ਿਆਂ ਤੇ ਪਹੁੰਚੇਗੀ। ਹਾਈ ਕੋਰਟ ਦੇ ਵਿੱਚ ਕੋਈ ਰਸਾਕਸ਼ੀ, ਕੋਈ ਕਸ਼ਮਕਸ਼, ਕੋਈ ਖਿੱਚਮ ਖਿੱਚ
ਜਾਂ ਕੋਈ ਕਿਸੇ ਤਰ੍ਹਾਂ ਦੀ ਸਰਕਾਰ ਨੂੰ ਫਜ਼ੀਅਤ ਨਾ ਚੱਲਣੀ ਪਏ, ਕੋਈ ਅਕਲ ਆ ਜਾਏਗੀ ਜਾਂ ਨਹੀਂ ਆਏਗੀ, ਇਹ ਆਪਣੇ ਆਪ ਦੇ ਵਿੱਚ ਆਉਣ ਵਾਲੇ ਦਿਨਾਂ ਦਾ ਸਵਾਲ ਹੈ। ਜੀ, ਮੇਰਾ ਇੱਕ ਆਖਰੀ ਸਵਾਲ ਹੈ ਇਸ ਮਸਲੇ ਨਾਲ ਜੁੜਿਆ ਹੋਇਆ ਕਿ ਫਿਰ ਜੇਕਰ ਇਸ ਪਟੀਸ਼ਨ ਦੇ ਉੱਤੇ ਅੱਗੇ ਗੱਲ ਚੱਲਦੀ ਹੈ, ਵਕਾਲਤ ਹੁੰਦੀ ਹੈ, ਸਰਕਾਰ ਵੀ ਆਪਣਾ ਪੱਖ ਰੱਖੇਗੀ, ਤੁਸੀਂ ਆਪਣੀਆਂ ਦਲੀਲਾਂ ਰੱਖੋਗੇ, ਇਸ ਮਸਲੇ ਦੇ ਵਿੱਚ ਕਈ ਲਾਅ ਅਫਸਰ ਜਿਹੜੇ ਭਰਤੀ ਤੱਕ ਕਰ ਲਏ ਗਏ ਹੈ ਕਿ ਉਹਨਾਂ ਨੂੰ ਬਾਹਰ ਵੀ ਜਾਣਾ ਪੈ ਸਕਦਾ ਹੈ? ਉਹਨਾਂ ਨੂੰ ਬਾਹਰ ਬਿਲਕੁਲ ਜਾਣਾ ਪਏਗਾ ਔਰ ਅਸੀਂ ਇਹ ਵੀ ਸਟੈਪ ਲੈਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੀ ਵਜ੍ਹਾ ਕਰਕੇ ਪੰਜਾਬ ਨੂੰ ਕਿੰਨਾ ਨੁਕਸਾਨ ਹੋਇਆ ਔਰ ਕਿੰਨਾ ਲੋਕਾਂ ਦੇ ਉਹ ਅਪੁਆਇੰਟੀ ਸੀ, ਰਿਕਮੈਂਡੀ ਸੀ, ਉਹਨਾਂ ਨੂੰ ਵੀ ਅਕਾਊਂਟੇਬਲ ਬਣਾਉਣ ਲਈ ਅਸੀਂ ਇੱਕ ਵੱਖਰੇ ਸਟੈਪ ਚੁੱਕਣ ਦਾ ਮਾਈਂਡ ਬਣਾ ਰਹੇ ਹਾਂ। ਕੀ ਇੰਨੇ ਵੱਡੇ ਪੱਧਰ ਤੇ ਵੀ ਸਿਫਾਰਿਸ਼ਾਂ ਲੱਗੀਆਂ ਮੰਤਰੀਆਂ ਦੀਆਂ, ਵਿਧਾਇਕਾਂ ਦੀਆਂ, ਮੁੱਖ ਮੰਤਰੀ ਦੀਆਂ ਲਾਅ ਅਫਸਰ ਭਰਤੀ ਕਰਨ ਲਈ? ਇਸ ਚੀਜ਼ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਦਾ ਕਾਰਨ ਕੀ ਤੁਹਾਨੂੰ ਲੱਗਦਾ ਹੈ, ਕਿਉਂ ਨਹੀਂ ਨਕਾਰਿਆ ਜਾ ਸਕਦਾ? ਅੰਨਾ ਮੰਡੇ ਰਿਓੜੀਆਂ ਮੁੜ ਆਪਣਿਆਂ ਨੂੰ, ਜੀ, ਮੈਰਿਟ ਕੋਈ ਨਹੀਂ, ਕੋਈ ਚੱਜ ਦੀ ਗੱਲ ਨਹੀਂ ਹੋਣੀ। ਔਰ ਜਿਹੜੇ ਅਸੀਂ ਆਪਣੇ 92 ਆਮ ਆਦਮੀ ਪਾਰਟੀ ਦੇ MLA ਜੇ ਦੇਖੀਏ ਜਾਏ, ਉਹਨਾਂ ਵਿੱਚ ਕੋਈ ਅਕਲ ਨਹੀਂ। ਇਸ ਦਾ ਮਤਲਬ ਇਹ ਹੋਇਆ ਉਹਨਾਂ ਦੀ ਕੋਈ ਪੁੱਛ ਨਹੀਂ, ਕੋਈ ਗਿੱਛ ਨਹੀਂ, ਕੋਈ ਉਸੇ ਤਰ੍ਹਾਂ ਦਾ ਉਹਨਾਂ ਦਾ ਇੱਕ ਡੰਬੀ ਜਿਹੜਾ ਕਰੈਕਟਰ ਹੈ। ਜਿਵੇਂ ਮੋਦੀ ਸਰਕਾਰ ਦੇ ਵਿੱਚ 11 ਮਹਿਲਾਵਾਂ ਜਿਹੜੀਆਂ ਉਹ ਮੂਕ ਦਰਸ਼ਕ ਹੋ ਕੇ ਬੈਠੀਆਂ ਹੋਈਆਂ ਔਰ ਉਹਨਾਂ ਦੀ ਇਹ ਜ਼ਰੂਰਤ ਨਹੀਂ ਮੋਦੀ ਜੀ ਨੂੰ ਸਵਾਲ ਕਰਦੇ ਹਨ ਕਿ ਬੇਟੀ ਬਚਾਓ ਬੇਟੀ ਪੜਾਓ 2015 ਵਿੱਚ ਹੋਇਆ ਸੀਗਾ। ਮੋਦੀ ਜੀ ਨੇ ਇਹ ਕੀਤਾ ਸੀਗਾ ਹਰਿਆਣਾ ਦੇ ਸੋਨੀਪਤ ਤੋਂ, ਜੇ ਮੈਂ ਨਹੀਂ ਭੁੱਲਦਾ। ਤੇ ਅੱਜ ਹਰਿਆਣਾ ਦੇ ਵਿੱਚ ਹੀ ਕਿੰਨਾ ਕੁ ਔਰਤ ਦਾ, ਧੀਆਂ ਦਾ, ਭੈਣਾਂ ਦਾ ਦੁਰਗਤੀ ਹੈ। ਇਸ ਚੀਜ਼ ਦੇ ਉੱਤੇ ਕੌਣ ਜਵਾਬ ਦੇਵੇਗਾ ਕਿ ਇਹ 11 ਮਹਿਲਾਵਾਂ ਜਿਹੜੀਆਂ ਫਾਇਰ ਬ੍ਰਾਂਡ ਜਿਹੜੀਆਂ ਉਹ ਬੋਲਦੀਆਂ ਬੜੀਆਂ ਤੇਜ਼ ਹੈ ਲੇਕਿਨ ਇੱਥੇ ਕਿਉਂ ਮੂਕ ਹੈ? ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਜੀ, ਬਹੁਤ ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਉਹ ਵਕੀਲ ਜਿਨ੍ਹਾਂ ਨੇ ਇੱਕ ਆਵਾਜ਼ ਚੁੱਕੀ ਹੈ ਕਿ ਪੰਜਾਬ ਦੇ ਵਕੀਲਾਂ ਨੂੰ, ਖਾਸ ਕਰਕੇ ਪੰਜਾਬੀ ਭਾਸ਼ਾ ਦੇ ਉੱਤੇ ਜਿਨ੍ਹਾਂ ਦੀ ਕਮਾਂਡ ਨਹੀਂ, ਉਹਨਾਂ ਨੂੰ ਭਰਤੀ ਕਿਉਂ ਕੀਤਾ ਗਿਆ? ਕੀ ਸਿਫਾਰਿਸ਼ਾਂ ਚੱਲੀਆਂ ਲਾਅ ਅਫਸਰ ਰੱਖਣ ਦੇ ਲਈ? ਇਹ ਜਿਹੜੀ ਪਟੀਸ਼ਨ ਪਾਈ ਗਈ ਇਸ ਦੇ ਉੱਤੇ ਹੁਣ ਸਰਕਾਰ ਕੀ ਜਵਾਬ ਦੇਗੀ, ਆਪਣਾ ਪੱਖ ਕੀ ਰੱਖੇਗੀ, ਇਹ ਵੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਹੁਣ ਸਰਕਾਰ ਦੀ ਸਿਰਦਰਦੀ ਤੇ ਚੁਣੌਤੀ ਹੋਰ ਜ਼ਿਆਦਾ ਵੱਧ ਗਈ ਹੈ ਕਿਉਂਕਿ ਇਹ ਵਕੀਲ ਡਟੇ ਨੇ, ਕਹਿੰਦੇ ਨੇ ਕਿ ਅਸੀਂ ਸੋਸ਼ਲ ਇਸ਼ੂ ਦੇ ਉੱਤੇ ਕੰਮ ਕਰ ਰਹੇ ਹਾਂ, ਚਾਹੇ ਉਹ ਬੀਬੀਆਂ ਹੋਣ, ਚਾਹੇ ਪੰਜਾਬੀ ਦਾ ਮਸਲਾ ਹੋਵੇ। ਅਸੀਂ ਇਹ ਜਿਹੜੇ ਮਸਲਿਆਂ ਦੇ ਉੱਤੇ ਧਿਆਨ ਕੇਂਦਰ ਸਰਕਾਰ ਦਾ ਕਰਾ ਕੇ ਮਸਲਾ ਹੱਲ ਕਰਵਾ ਕੇ ਹੀ ਹਟਾਂਗੇ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।